ਪਹਿਲਗਾਮ ਅਟੈਕ ਤੋਂ ਬਾਅਦ ਰਾਜਸਥਾਨ ਬਾਰਡਰ ਤੇ ਵੀ ਅਲਰਟ। ਫੌਜ ਦੇ ਜਵਾਨਾਂ ਨੇ ਅਰਜੁਨ ਟੈਂਕ ਦੇ ਨਾਲ ਕੀਤੀ ਆਰਮੀ ਐਕਸਰਸਾਈਜ਼। ਰੇਤ ਦੇ ਟਿੱਬਿਆਂ 'ਚ ਭਾਰਤੀ ਫੌਜ ਦਾ ਸ਼ਕਤੀ ਪ੍ਰਦਰਸ਼ਨ। ਮਨ ਕੀ ਬਾਤ 'ਚ ਪੀਐਮ ਮੋਦੀ ਦਾ ਦੇਸ਼ ਵਾਸੀਆਂ ਨੂੰ ਭਰੋਸਾ, ਕਿਹਾ ਪਹਿਲਗਾਮ ਦੇ ਪੀੜਤਾਂ ਨੂੰ ਮਿਲ ਕੇ ਰਹੇਗਾ ਇਨਸਾਫ। ਦਹਿਸ਼ਤਗਰਦਾਂ ਨੂੰ ਮਿਲੇਗੀ ਸਖਤ ਤੋਂ ਸਖਤ ਸਜ਼ਾ। ਭਾਰਤ ਦੀ ਵਾਟਰ ਸਟ੍ਰਾਈਕ ਤੋਂ ਬੌਖਲਾਇਆ ਪਾਕਿਸਤਾਨ ਰੇਲ ਮੰਤਰੀ ਹਨੀਫ ਅब्बासी ने परमाणु बॉम्ब दे दी गिद्दड़ धमकी। ਤਾਂ ਪਾਕਿਸਤਾਨੀ ਗ੍ਰਹਿ ਮੰਤਰੀ ਨੇ ਵੀ ਉਗਲਿਆ ਜ਼ਹਿਰ। ਭਾਰਤ 'ਚ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਖਤਮ। ਵੱਡੀ ਗਿਣਤੀ 'ਚ ਅਟਾਰੀ ਵਾਗਾ ਬਾਰਡਰ ਤੇ ਪਹੁੰਚ ਰਹੇ ਪਾਕਿਸਤਾਨੀ ਲਗਾਤਾਰ 3 ਦਿਨਾਂ ਤੋਂ ਕਰ ਰਹੇ ਨੇ ਵਾਪਸੀ। ਗੁਰੂ ਨਾਨਕ ਦੇਵ ਜੀ ਦੇ ਫੇਕ ਪੋਸਟਰ ਤੇ ਵਿਵਾਦ। ਨਾਮੀ ਕੰਪਨੀ ਦੇ ਫੇਕ YouTube ਚੈਨਲ ਤੇ ਪਾਏ ਫੇਕ ਪੋਸਟਰ ਦੀ ਵੀਡੀਓ। ਬੀਜੇਪੀ ਨੇ SGPC ਤੋਂ ਮਾਮਲੇ 'ਚ ਐਕਸ਼ਨ ਦੀ ਕੀਤੀ ਮੰਗ। ਕੈਨੇਡਾ ਦੇ ਵੈਨਕੂਵਰ ਸ਼ਹੀਦ ਕਾਮਰੇਡ ਬਲਵਿੰਦਰ ਸਿੰਘ ਦੇ ਬੇਟੇ ਤੇ ਫਾਇਰਿੰਗ। ਅਣਪਛਾਤੇ 3 ਹਮਲਾਵਰਾਂ ਨੇ ਗਗਨਦੀਪ ਦੀ ਕਾਰ ਤੇ ਕੀਤੀ ਕਈ ਰਾਉਂਡ ਫਾਇਰਿੰਗ। ਵਾਲ-ਵਾਲ ਬਚੀ ਜਾਨ। ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼। ਅੰਮ੍ਰਿਤਸਰ ਪੁਲਿਸ ਨੇ 7 ਪਿਸਤੌਲ ਤੇ 1.5 ਲੱਖ ਕੈਸ਼ ਸਣੇ ਨਸ਼ਾ ਤਸਕਰ ਕੀਤਾ ਗਿਰਫਤਾਰ। ਆਸਟ੍ਰੇਲੀਆ ਬੈਠਾ ਮਾਸਟਰਮਾਈਂਡ ਚਲਾ ਰਿਹਾ ਪੂਰਾ ਨੈਟਵਰਕ। ਪੰਜਾਬ 'ਚ ਕਣਕ ਦੇ ਖੇਤਾਂ 'ਚ ਅੱਗ ਲੱਗਣ ਦਾ ਸਿਲਸਿਲਾ ਜਾਰੀ। ਨਾਭਾ 'ਚ ਨਾੜ ਨੂੰ ਲੱਗੀ ਅੱਗ ਦੀ ਲਪੇਟ 'ਚ ਆਇਆ ਸ਼ਖਸ, ਹਾਲਤ ਗੰਭੀਰ। ਤਾਂ ਫਤਿਹਗੜ੍ਹ ਸਾਹਿਬ 'ਚ ਵੀ ਕਈ ਏਕੜ ਕਣਕ ਸੜ ਕੇ ਹੋਈ ਸਵਾਹ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਪਹਿਲਗਾਮ ਅਟੈਕ ਦੀ, ਕਿਉਂਕਿ ਪਹਿਲਗਾਮ ਅਟੈਕ ਤੋਂ ਬਾਅਦ ਪਾਕਿਸਤਾਨ ਤੇ ਇੰਡੀਆ ਦੇ ਵਿਚਾਲੇ ਟੈਂਸ਼ਨ ਲਗਾਤਾਰ ਬਰਕਰਾਰ ਹੈ, ਕਿਉਂਕਿ ਬੈਕ ਟੂ ਬੈਕ ਡਿਸੀਜਨਸ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਵੀ ਲਏ ਗਏ ਨੇ। ਤੇ ਹੁਣ ਭਾਰਤੀ ਫੌਜ ਦੇ ਖੌਫ 'ਚ ਪਾਕਿਸਤਾਨੀ ਫੌਜ ਦੇ ਅਸੀਂ ਜ਼ਿਕਰ ਕਰਾਂਗੇ। ਪਾਕਿਸਤਾਨੀ ਆਕੂਪਾਈਡ ਕਸ਼ਮੀਰ ਵਿੱਚ ਪਾਕਿਸਤਾਨੀ ਫੌਜ ਦੀ ਵੱਡੀ ਮੂਵਮੈਂਟ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਨੀਲਮ ਘਾਟੀ ਹਾਈਵੇ ਤੇ ਫੌਜ ਦੀ ਮੂਵਮੈਂਟ ਵਧੀ ਹੈ। ਦੱਸਦੇ ਕਿ ਮੁਜ਼ੱਫਰਾਬਾਦ 'ਚ ਪਾਕਿਸਤਾਨ ਫੌਜ ਦੀ ਹਲਚਲ ਦੇਖਣ ਨੂੰ ਮਿਲੀ ਹੈ। ਮੁਜ਼ੱਫਰਾਬਾਦ ਤੋਂ ਮਿਲਟਰੀ ਬੇਸ ਭੇਜੇ ਜਾ ਰਹੇ ਹਨ ਪਾਕਿਸਤਾਨੀ ਫੌਜੀ। ਤੇ ਕਿਸ ਤਰੀਕੇ ਨਾਲ ਟੈਂਸ਼ਨ ਲਗਾਤਾਰ ਬਰਕਰਾਰ ਹੈ। ਇੰਡਸ ਵੈਲੀ ਟ੍ਰੀਟੀ ਨੂੰ ਰੱਦ ਕੀਤਾ ਗਿਆ। 65 ਸਾਲ ਪੁਰਾਣੀ ਟ੍ਰੀਟੀ ਹੈ। ਕਿਸ ਤਰੀਕੇ ਨਾਲ ਗਿੱਦੜ ਧਮਕੀਆਂ ਉੱਥੇ ਦੇ ਆਗੂਆਂ ਦੇ ਵੱਲੋਂ ਮਿਨਿਸਟਰਸ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿ ਜਵਾਬ ਜੋ ਹੈ ਜੇ ਭਾਰਤ ਕੋਈ ਕਾਰਵਾਈ ਕਰਦਾ ਹੈ ਤੇ ਉਸ ਦਾ ਮੋੜਵਾਂ ਜਵਾਬ ਦਿੱਤਾ ਜਾਏਗਾ। ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿਸ ਤਰੀਕੇ ਨਾਲ ਇੰਡੀਅਨ ਆਰਮੀ ਦੇ ਵੱਲੋਂ ਵੀ ਆਪਣੀ ਜੋ ਐਕਸਰਸਾਈਜ਼ ਹੈ ਕੀਤੀ ਜਾ ਰਹੀ ਹੈ। ਜੈਸਲਮੇਰ ਜੋ ਬਾਰਡਰ ਹੈ ਰਾਜਸਥਾਨ ਦਾ ਪਾਕਿਸਤਾਨ ਨੂੰ ਲੱਗਦਾ, ਉੱਥੇ ਵੀ ਇੰਡੀਅਨ ਆਰਮੀ ਦੇ ਵੱਲੋਂ BSF ਦੇ ਵੱਲੋਂ ਰੇਤ ਤੇ ਟਿੱਬਿਆਂ ਤੇ ਐਕਸਰਸਾਈਜ਼ ਕੀਤੀ ਗਈ, ਡਰਿਲ ਕੀਤੀ ਗਈ, ਯੁੱਧ ਅਭਿਆਸ ਕੀਤਾ ਗਿਆ। ਤੇ ਹੁਣ ਪਾਕਿਸਤਾਨੀ ਆਰਮੀ ਦੀ ਇੱਕ ਵੱਡੀ ਮੂਵਮੈਂਟ ਹਲਚਲ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਆਕੂਪਾਈਡ ਕਸ਼ਮੀਰ ਵਿੱਚ ਪਾਕਿਸਤਾਨੀ ਫੌਜ ਦੀ ਮੂਵਮੈਂਟ ਵਧੀ ਹੈ। ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਨੀਲਮ ਘਾਟੀ ਹਾਈਵੇ ਤੇ ਫੌਜ ਦੀ ਮੂਵਮੈਂਟ ਵਧੀ ਹੈ। ਇਸ ਦਾ ਜ਼ਿਕਰ ਕੀਤਾ ਗਿਆ ਹੈ। ਮੁਜ਼ੱਫਰਾਬਾਦ 'ਚ ਪਾਕਿਸਤਾਨੀ ਫੌਜ ਦੀ ਹਲਚਲ ਸਾਨੂੰ ਵੇਖਣ ਨੂੰ ਮਿਲੀ ਹੈ। ਕਿਸ ਤਰੀਕੇ ਨਾਲ 22 ਅਪ੍ਰੈਲ ਦਾ ਉਹ ਦਿਨ ਸੀ ਜਦੋਂ ਕਿ ਨਿਹੱਥੇ ਟੂਰਿਸਟ ਨੂੰ ਨਿਸ਼ਾਨਾ ਆਤੰਕਵਾਦੀਆਂ ਦੇ ਵੱਲੋਂ ਬਣਾਇਆ ਗਿਆ। 27 पर्यटकों को गोली मार के मौत के घाट उतार दिता गया ਸੀ। ਉਸ ਤੋਂ ਬਾਅਦ किस तरीके नाल मिनिस्ट्री ऑफ एक्सटर्नल अफेयर्स ਵੱਲੋਂ ਵੱਡੇ डिसीजन ਲਏ ਗਏ। इंडस वैली जो ट्रीटी ਸੀ 65 साल पुरानी उसनू रद्द कर दिता गया, जिस नाल चनाब का पानी रोक दिता गया। एक बड़ा इकोनॉमिक सट मारन की कोशिश पाकिस्तान नू की गई, क्योंकि जे चनाब का पानी रोकया जाएगा जिस सब दे चलते एक बड़ा इकोनॉमिक घाटा पाकिस्तान नू होएगा, क्योंकि पाकिस्तान का जो पंजाब ते सिंध वाला पूरा इलाका है उत्थे जो हाइड्रो पावर प्रोजेक्ट्स ने जैसे बिजली का जिक्र करिए तो वो चनाब के पानी नाल ही चलते हैं। एक बड़ा तबका पॉपूलेशन का उत्थे रहिंदा है। उत्थे जो खेत ने उन्हां दी फसलों नू पानी भी चनाब दे राही ही आंदा है। एक बड़ी सट मारन की कोशिश की गई, जिस सब दे चलते टेंशन लगातार बरकरार है। असीं वेख्या सी कि अटारी वाघा बॉर्डर ते भी बीटिंग द रिट्रीट सैरेमनी ते हुई, लेकिन दोवें पासियों गेट नहीं खोले गए, हैंडशेक भी नहीं किया गया, हाथ भी नहीं मिलाए गए। ते हुण एक वड्डी मूवमेंट पाकिस्तानी आर्मी दी, पाकिस्तानी फौज की सानू वेखण नू मिली है। इस तो पहला इंडियन नेवी दे वल्लों भी सवेर दे वेले पूरा अभ्यास किया गया। इंडियन नेवी ने इस गल दा जिक्र किया कि असी समुद्री तट जो इंडिया दा है उसनू प्रोटेक्ट करने लई लगातार तैयार हम। दूसरे पासे अटारी वाघा बॉर्डर ते भी सुरक्षा च वाधा किया गया, अभ्यास किया गया है। ते हुण राजस्थान जैसलमेर बॉर्डर ते भी BSF दे वल्लों युद्ध अभ्यास किया जा रहा है। जिस सब दे चलते
ਪਾਕਿਸਤਾਨ ਆਕਿਊਪਾਈਡ ਕਸ਼ਮੀਰ ਦੇ ਵਿਚਾਲੇ ਪਾਕਿਸਤਾਨੀ ਆਰਮੀ ਦੀ ਇੱਕ ਵੱਡੀ ਮੂਵਮੈਂਟ ਸਾਨੂੰ ਵੇਖਣ ਨੂੰ ਮਿਲੀ ਹੈ। ਮੁਜ਼ੱਫਰਾਬਾਦ ਤੋਂ ਮਿਲਟਰੀ ਬੇਸ ਪਾਕਿਸਤਾਨੀ ਫੌਜੀ ਜੋ ਨੇ ਉਹ ਭੇਜੇ ਜਾ ਰਹੇ ਹਨ। पहलगाम अटैक तो बाद राजस्थान बॉर्डर पे भी अलर्ट जारी कर दिता गया है। राजस्थान के जैसलमेर फौज का युद्ध अभ्यास लगातार जारी है। फौज के जवानों ने अर्जुन टैंक के नाल एक्सरसाइज की है। रेत के टिब्बियां ते फौज ने अपनी ताकत का प्रदर्शन किया है क्योंकि एक बड़ा बॉर्डर राजस्थान वाले पासे लगता है। उत्थे दीयां तस्वीरां सामने आईयां ने। BSF दे वल्लों युद्ध अभ्यास किया जा रहा है, दूसरे पासे आर्मी दे वल्लों भी युद्ध अभ्यास किया जा रहा है। तो फौज के जवानों ने अर्जुन टैंक के नाल एक्सरसाइज की है। रेत के टिब्बियां फौज ने अपनी ताकत का प्रदर्शन इत्थे किया है। और पूरा देश, और हमें पता है कि इस हरकत के पीछे कौन है, सबको ये पता है। और इसीलिए भारत सरकार ने बड़े स्ट्रांग कदम भी उठाए हैं। और जहां तक सीमा की बात है, सीमाओं की रक्षा करना BSF का प्रथम दायित्व है और BSF फर्स्ट लाइन ऑफ डिफेंस कही जाती है। तो हम हमेशा 365 दिन 24 घंटे पूरे वीक हम हमेशा उनकी रक्षा करते हैं। और उसके लिए अलर्टनेस हमारी उसी दर्जे की होती है जो कभी भी कोई भी घटना होने पर होती है। लेकिन आज के संदर्भ में ये भी कहना चाहूंगा कि आम दिनों में भी हम कभी भी कोई ऐसी कोताही नहीं बरतते हैं, क्योंकि हमें पता है कि हमारा काउंटर पार्ट है वो भरोसे के लायक नहीं है। तो आज भी हम जो ड्यूटी कर रहे हैं इसी ध्येय के साथ कर रहे हैं कि वो कोई भी ऐसी नापाक हरकत कर सकता है। लेकिन मैं आपको ये भरोसा दिलाना चाहूंगा कि BSF एक प्रोफेशनल फोर्स है, BSF एक ट्रेंड फोर्स है और सीमाओं की रक्षा में कोई भी किसी भी प्रकार की कोताही उसके लिए मंजूर नहीं है। और हम हर कोना हर जगह अपने निगाहों के अंदर है। हमारे जो जवान है उनकी रक्षा कर रहे हैं। वेपनरी के हिसाब से बताऊं तो हमारे जवान सक्षम है किसी भी हमले को और किसी भी मिस एडवेंचर को रोकने के लिए। भारत की वाटर स्ट्राइक तो पाकिस्तान बौखलाया हुआ है। पाकिस्तान के मंत्री लगातार गिद्दड़ धमकियां दे रहे हैं। हुण पाकिस्तान रेल मंत्री ने परमाणु बॉम्ब की गिद्दड़ धमकी दी ते कहा कि 130 परमाणु हथियार सिर्फ हिंदुस्तान दे लई ने। गौरी शाहीन ते रजनवी हिंदुस्तान ले रखे हुए ने। पाकिस्तान के गृह मंत्री ने भी जहर उगलिया ते कहा कि भारत ने पानी रोकिया था, जंग लई तैयार रहे भारत। इस तो पहला भी कल पाकिस्तान के साबका PM बेनजीर भुट्टो के बेटे ने भी पानी रोकने के फैसले तो बाद भारत को गिद्दड़ धमकी दी थी। और उनकी तर्जमानी करते हुए मैं कह रहा हूं आपको, उन्होंने कह दिया ना कि अगर हमारा पानी बंद करेंगे तो फिर जंग के लिए तैयार हो जाएं। ये जो गौरी शाहीन गजनवी ये चौकों में सजाने के लिए नहीं हमने रखे हुए, ये हमने हिंदुस्तान के लिए रखे हैं बाबा। ये जो 130 एटॉमिक हमारे पास वेपन है वो हमने सिर्फ मॉडल बनाने के लिए नहीं रखे हुए। और आपको पता ही नहीं कि हमने पाकिस्तान के किस किस हिस्से में रखे हुए हैं। ये दुनिया भी जानती है, आप भी जानते हैं, वरना आप तो इतने मक्कार बनिए हैं कि अभी तक पाकिस्तान के ऊपर कई दफा हमलावर हो चुके होते। आपने बड़ी दफा कोशिश की, लेकिन जब आपको पता चला कि हमारे शाहीन जो है फिजाओं में आ गए हैं तो आप भाग गए। तो इसलिए मैं दोबारा दोहराने लगा हूं, ये जो बैलिस्टिक मिसाइल है, ये जो क्रूज मिसाइल है, ये जो शाहीन है, गौरी है, ये मैं फिर दोहराने लगा हूं, ये हमारे चौकों में नहीं है। ये हमारे बिल्कुल आप इनका रुख आपकी तरफ है और किसी की तरफ नहीं है। तो इसलिए ये सोचना भी ना कि आप पाकिस्तान की हदूद को क्रॉस करोगे। अगर सोचोगे भी तो उसका खमियाजा आपको भुगतना पड़ेगा। अब पहली बात यह कि पाकिस्तान इस टाइम पे इकोनॉमी के लिहाज से आप देखें प्रोग्रेस कर रहा है, स्टेबिलिटी के लिहाज से प्रोग्रेस कर रहा है। और उस दौरान इस तरह का वाकया का नुकसान पाकिस्तान को है, इंडिया को फ़ायदा है, पाकिस्तान को नुकसान है। आप ये जितने दिन में ये सारा कुछ हो रहा है, और ये एक बात बड़ी इम्पॉर्टेंट है कि हर दफ़ा जब वहाँ पे कोई ना कोई बाहर का लीडर आया होता है उस टाइम ये वाकया क्यों होता है। ये तीसरी दफ़ा इसी तरह हुआ है कि कोई बाहर का लीडर विज़िट कर रहा था तो और वहाँ पे ये वाकया हो गया। तो पाकिस्तान अपने स्टांस में बहुत क्लियर है। पाकिस्तान एक पीसफुल मुल्क है और
एक चीज़ है कि अगर इसको छेड़ा गया या हमारे किसी किस्म के किसी हक को दबाने की कोशिश की गई तो ये एक एक बंदा 24 करोड़ में से वो लड़ेगा भी और वो आखिरी दम तक लड़ेगा। तो इस बात में इंडिया को बड़ा क्लियर होना चाहिए। ये तो बहुत देर हो गई ये पूछने की पाकिस्तान हरकत क्यों कर रहा है। सारी दुनिया को पता और हमको पता पाकिस्तान हरकत क्यों कर रहा है। दुनिया तो ये पूछ रही है कि हम क्या कर रहे हैं। पाकिस्तान तो ये हरकत करता रहेगा, आज भी करेगा। आज से 12-15 साल पहले कर रहा था, करता रहेगा। हमको क्या करना है, पाकिस्तान ये हरकत करेगा। पाकिस्तान इसलिए हरकत करेगा क्योंकि पाकिस्तान को अपना पॉइंट प्रूव करना है कि आपके ये इनबिल्ट टेररिस्ट हैं जो आपके यहाँ पे दहशत फैला रहे हैं। हमारा इसमें कोई खेल नहीं है। और दूसरी बात है, ये जो आपके ऊपर हमला हो रहा है ये हम नहीं कर रहे, ये कोई और कर रहा है। हम कह रहे हैं पाकिस्तान हरकत कर रहा है, पाकिस्तान नहीं कह रहा कि हम हरकत कर रहे हैं। तो आप पाकिस्तान को रंगे हाथ पकड़िए। उनको रंगे हाथ पकड़ने का तरीका है, जहां से वो अटैक आ रहा है, जहां से वो लॉन्च होते हैं, उनके आर्मी वाले जहां से वो लॉन्च कर रहे हैं, उनको उस जगह को अटैक करके ऑक्यूपाई करिए। हम सिर्फ सर्जिकल स्ट्राइक कहते हैं, सर्जिकल स्ट्राइक एंड ऑक्यूपाई नहीं कहते। हमें उसको जगह को ऑक्यूपाई करना धीरे धीरे, और फिर देखिए पाकिस्तान अपने आप मुंह बंद हो जाएगा। नहीं तो पाकिस्तान आपके ऊपर रॉकेट्स भी चलाएगा, मिसाइल भी चलाएगा। क्या हमने नहीं किया? बताइए, प्रूफ दिखाइए। और प्रूफ मांगने के लिए हिंदुस्तान में भी बहुत लोग होंगे, तो सारी यही प्रॉब्लम आ जाएगी आपको। तो कब तक पूछते रहेंगे? अब हमें पूछना और ये बंद करना चाहिए एकदम से। जिस दिन ये पुलवामा हुआ उस दिन हमें उनकी अटैक और ऑक्यूपाई कर लेना चाहिए था। ये तो पाकिस्तान ने अपने पैर पर खुद को लाड़ी मारी है। देखिए, सीज फायर वायलेशन जो है, पहली तो सीज फायर एक बायलैटरल एग्रीमेंट थी। पाकिस्तान ने बायलैटरल एग्रीमेंट्स को सस्पेंड किया है। भारत ने सीज फायर एग्रीमेंट को नहीं तोड़ा है, ये पाकिस्तान ने तोड़ा है। और अब इसका खबाजा पाकिस्तान फौज को भुगतना पड़ेगा, क्योंकि अब भारत की फौज जो है वो फ्री है। तो किस तरह से वो पाकिस्तान की फौज का नुकसान कर सकती है, उनको मदद कर सकती है, और पाकिस्तानी फौज के ऐसे ठिकानों को ध्वस्त कर सकती है जिससे कि पाकिस्तानी फौज को नुकसान पहुंचे। पाकिस्तान के आर्मी चीफ है, उन्होंने कोशिश की है कि ये कश्मीर का मुद्दा फिर से आगे बढ़े। इसमें आपको पता होना चाहिए, कहते हैं देश में गवर्नमेंट होती है जो देश को चलाती है, पाकिस्तान में मिलिट्री है जो गवर्नमेंट को चलाती है। तो अब जनरल मुनीर ने ऑर्डर दिया होगा, उसके ऑर्डर के बगैर नहीं होगा। क्रॉस बॉर्डर फायरिंग, रामपुर और 3 अदर इलाकों में लाइन ऑफ कंट्रोल पे फायरिंग शुरू हो गई, क्योंकि उसका थोड़ा अब चल रही है। हर एक मीडिया में आ रहा है कि क्रॉस बॉर्डर फायरिंग हो रही है, और हम कहते हैं कि हम भी जवाब देते हैं उनको, मुंह तोड़ा जवाब, क्योंकि पूरी दुनिया को फिक्र है कहीं लड़ाई न हो जाए। लेकिन एक बात आप याद रखिए, हर एक दुनिया में 18 लीडर्स प्रधानमंत्री से बात की है, परमाणु हथियार है पाकिस्तान को। तुलसी गबार्ड जो CIA की हेड है, उन्होंने भी हमदर्दी दिखाई। काश पटेल अमेरिका में FBI के हेड, वो इंडियन है लेकिन अमेरिकन है, उन्होंने भी दिया। लेकिन ट्रंप साहब ने क्या बोला है, दे विल सॉर्ट इट आउट बाय देमसेल्व्स, मतलब हल आपस में करेंगे। तो उस हौसले से पाकिस्तान की आर्मी सीज फायर को कह रहे हैं रद्द करेंगे, और जो इंडस वाटर ट्रीटी पे डरे हुए हैं, तो क्रॉस बॉर्डर आर्मी के हाथ में वो कह रहा होगा कि लगा दो गोली, क्रॉस बॉर्डर फायरिंग करो, LOC को परवाह मत करो। मन की बात 'ਚ ਪਹਿਲਗਾਮ ਅਟੈਕ ਨੂੰ ਲੈ ਕੇ PM ਨਰਿੰਦਰ ਮੋਦੀ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਕੇ ਰਹੇਗਾ, ਦਹਿਸ਼ਤਗਰਦਾਂ ਨੂੰ ਸਖਤ ਸਜ਼ਾ ਮਿਲ ਕੇ ਰਹੇਗੀ। ਕਸ਼ਮੀਰ 'ਚ ਸ਼ਾਂਤੀ ਅੱਤਵਾਦੀਆਂ ਤੋਂ ਬਰਦਾਸ਼ਤ ਨਹੀਂ ਹੋਈ। ਅੱਤਵਾਦੀ ਕਸ਼ਮੀਰ ਦਾ ਵਿਨਾਸ਼ ਚਾਹੁੰਦੇ ਨੇ। ਅੱਤਵਾਦੀ ਹਮਲੇ ਕਾਰਨ ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ। ਦੁਸ਼ਮਣਾਂ ਨੂੰ ਵਿਕਾਸ ਰਾਸ ਨਹੀਂ ਆਇਆ। ਅੱਤਵਾਦ ਦੇ ਖਿਲਾਫ ਪੂਰੀ ਦੁਨੀਆ ਭਾਰਤ ਦੇ ਨਾਲ ਹੈ। ਗਲੋਬਲ ਲੀਡਰਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਵੀ ਜਤਾਈ ਹੈ। PM ਨੇ ਕਿਹਾ ਕਿ ਮੈਨੂੰ ਦੁਨੀਆ ਭਰ ਦੇ ਲੀਡਰਾਂ ਦੇ ਫੋਨ ਆ ਰਹੇ ਨੇ। 22 अप्रैल को पहलगाम में हुई आतंकी वारदात ने देश के हर नागरिक को दुख पहुंचाया है। पीड़ित परिवारों के प्रति हर भारतीय के मन में गहरी संवेदना है। भले वो किसी भी राज्य का हो, वो कोई भी भाषा बोलता हो, लेकिन वो उन लोगों के दर्द को महसूस कर रहा है जिन्होंने
इस हमले में अपने परिजनों को खोया है। पूरा विश्व आतंकवाद के खिलाफ हमारी लड़ाई में 140 करोड़ भारतीयों के साथ खड़ा है। मैं पीड़ित परिवारों को फिर भरोसा देता हूं, उन्हें न्याय मिलेगा, न्याय मिलकर रहेगा। इस हमले के दोषियों और साजिश रचने वालों को कठोरतम जवाब दिया जाएगा। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਦਾ ਜ਼ਬਰਦਸਤ ਐਕਸ਼ਨ ਜਾਰੀ ਹੈ। ਹੁਣ ਤੱਕ ਘਾਟੀ 'ਚ 9 ਦਹਿਸ਼ਤਗਰਦਾਂ ਦਾ ਘਰ ਮਿੱਟੀ 'ਚ ਮਿਲਾਇਆ ਗਿਆ ਹੈ। ਫੌਜ ਦਾ ਸਭ ਤੋਂ ਤਾਜ਼ਾ ਐਕਸ਼ਨ ਸ਼ੋਪੀਆ 'ਚ ਹੋਇਆ ਹੈ, ਜਿੱਥੇ ਲਸ਼ਕਰ ਦੇ ਅੱਤਵਾਦੀ ਅਦਾਨ ਸ਼ਾਫੀ ਦਾ ਘਰ ਬੋਮ ਨਾਲ ਉਡਾਇਆ ਗਿਆ, ਜੋ ਕਿ ਅੱਤਵਾਦੀ ਸੰਗਠਨ ਲਸ਼ਕਰ ਦੇ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਬਾਂਦੀਪੋਰਾ 'ਚ ਵੀ ਦਹਿਸ਼ਤਗਰਦ ਜ਼ਮੀਲ ਅਹਿਮਦ ਦਾ ਘਰ ਤਬਾਹ ਕੀਤਾ ਗਿਆ, ਜੋ ਕਿ ਲਸ਼ਕਰ ਦੇ ਨਾਲ ਜੁੜਿਆ ਹੋਇਆ ਹੈ। ਕੁਲਗਾਮ 'ਚ ਜਿਸ ਅੱਤਵਾਦੀ ਜ਼ਾਕਿਰ ਗਨੀ ਦਾ ਘਰ ਉਡਾਇਆ ਗਿਆ ਹੈ, ਉਸ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਬੇਟਾ ਲੰਬੇ ਸਮੇਂ ਤੋਂ ਗੁੰਮਸ਼ੁਦਾ ਹੈ। ਕੰਮ ਦੇ ਸਿਲਸਿਲੇ 'ਚ ਘਰ ਤੋਂ ਬਾਹਰ ਗਿਆ ਸੀ, ਪਰ ਹੁਣ ਪਤਾ ਨਹੀਂ ਕਿ ਉਹ ਜ਼ਿੰਦਾ ਹੈ ਜਾਂ ਮਰ ਗਿਆ ਹੈ। पहलगाम आतंकी हमले के बाद जाकिर अहमद गनई का भी घर गिराया गया है और इस वक्त हमारे साथ मौजूद हैं जाकिर अहमद गनई के पिताजी। शुभ नाम आपका क्या है? गुलाम मोहिद्दीन मेरा नाम। आपके बेटे का नाम आतंकी गतिविधियों में आया, सबसे पहले हमें ये बताइए, 2023 सितंबर से वो लापता है ना? हाँ, वो 2023 में मिसिंग है। हाँ। क्यों हो गया मिसिंग एकाएक? वो मिसिंग नहीं हुआ, वो यहाँ से काम के पर निकला है। हाँ, वो गारू वालों को भी बताया चलो मैं जाऊंगा काम पर। मैंने कहा चलो जाओ, वो रोज जाता है, उसी दिन थोड़ी जाता है, वो रोज जाता है। वो शाम को घर आता है हर रोज। 2023 सितंबर के बाद से कभी आपने गनी को आपने देखा, कभी आपने जाकिर अहमद गनी से बात की? 2023 के बाद से 2023 में आज तक देखा नहीं, ना किसी सुना नहीं, किसी पड़ोसी में इसने कहा। आपके 2 भतीजे या बेटे भी पुलिस हिरासत में हैं करीब 1.5-2 महीने से? हाँ, वो है, उसी दिन उसने लिया जिस दिन वो पहलगाम में ये घटना हुआ है। क्यों ऐसा, मतलब आपको लगता नहीं है कि जो आतंकवाद का रास्ता आपके बेटे ने अख्तियार किया है वो गलत है? वो अगर वो उसके साथ, हमें पता नहीं है वो उसके साथ है या नहीं है। वो घर से काम के निकले गए, क्या पता वो जिंदा है या मर्दा है। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅਬੋਹਰ ਦੀ। ਅਬੋਹਰ 'ਚ ਨਹਿਰ 'ਚ ਪਏ ਪਾੜ ਨੂੰ ਬੰਨਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਨਹਿਰੀ ਵਿਭਾਗ ਨੇ ਪਿੱਛੋਂ ਨਹਿਰ ਦਾ ਪਾਣੀ ਬੰਦ ਕਰਵਾ ਦਿੱਤਾ ਹੈ। ਸ਼ਾਮ ਤੱਕ ਪਾਣੀ ਘੱਟ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਹਿਰੀ ਵਿਭਾਗ ਨੇ ਆ ਬਿਆਨ ਦਿੱਤਾ ਹੈ। ਨਹਿਰ 'ਚ ਦੱਸਦੇ ਕਿ 20 ਤੋਂ ਲੈ ਕੇ 25 ਫੁੱਟ ਦਾ ਪਾੜ ਪਿਆ ਹੈ। ਕਿਸਾਨਾਂ ਦੇ ਖੇਤਾਂ 'ਚ ਵੀ ਪਾਣੀ ਭਰ ਗਿਆ। ਕਿਸਾਨਾਂ ਦੀਆਂ ਫਸਲਾਂ ਦਾ ਖਾਸਾ ਨੁਕਸਾਨ ਹੋਇਆ ਹੈ। ਪਿੰਡ ਬੁਰਜ ਮੁਹਾਰ ਨੇੜੇ ਨਹਿਰ 'ਚ ਅਪਾੜ ਪਿਆ ਹੈ। ਲੀਕੇਜ ਹੋਣ ਦੇ ਕਰਕੇ ਅਪਾੜ ਪਿਆ ਹੈ ਤੇ ਅਬੋਹਰ 'ਚ ਨਹਿਰ ਹੈ ਜਿਸ ਕੀ 20 ਤੋਂ 25 ਫੁੱਟ ਦਾ ਪਾੜ ਪਿਆ ਹੋਇਆ ਹੈ, ਜਿਸ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਨਹਿਰੀ ਵਿਭਾਗ ਦੇ ਵੱਲੋਂ ਲਗਾਤਾਰ ਜਾਰੀ ਨੇ। ਨਹਿਰੀ ਵਿਭਾਗ ਨੇ ਪਿੱਛੋਂ ਪਾਣੀ ਨਹਿਰ ਦਾ ਬੰਦ ਕਰਵਾ ਦਿੱਤਾ ਹੈ ਤੇ ਸ਼ਾਮ ਤੱਕ ਪਾਣੀ ਘੱਟ ਹੋਣ ਦੀ ਉਮੀਦ ਨਹਿਰੀ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ। ਤਸਵੀਰਾਂ ਸਾਹਮਣੇ ਆਈਆਂ ਨੇ, 20 ਤੋਂ 25 ਫੁੱਟ ਦਾ ਪਾੜ ਹੈ ਜੋ ਕਿ ਪਾਣੀ ਦੀ ਲੀਕੇਜ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਇੰਨਾ ਵੱਡਾ ਪਾੜ ਪੈ ਗਿਆ, ਜਿਸ ਨੂੰ ਹੁਣ ਪੂਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਨਹਿਰੀ ਵਿਭਾਗ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਜੋ ਆਲੇ ਦੁਆਲੇ ਕਿਸਾਨ ਸੀ, ਉਹਨਾਂ ਦੇ ਖੇਤ ਸੀ, ਉਹਨਾਂ 'ਚ ਕਈ ਫੁੱਟ ਪਾਣੀ ਭਰ ਗਿਆ, ਜਿਸ ਸਭ ਦੇ ਚਲਦੇ ਕਿਸਾਨਾਂ ਦਾ ਖਾਸਾ ਨੁਕਸਾਨ ਹੋਇਆ ਹੈ। ਪਰ ਫॉर द ਟਾਈਮਿੰਗ ਨਹਿਰੀ ਡਿਪਾਰਟਮੈਂਟ ਦੇ ਵੱਲੋਂ, ਨਹਿਰੀ ਵਿਭਾਗ ਦੇ ਵੱਲੋਂ ਨਹਿਰ ਦਾ ਪਾਣੀ ਪਿੱਛੋਂ ਬੰਦ ਕਰ ਦਿੱਤਾ ਹੈ। ਤੇ ਸਾਡੇ ਨਾਲ ਅਮਨਪ੍ਰੀਤ ਕੌਰ ਸੰਧੂ, ਡਿਪਟੀ ਕਮਿਸ਼ਨਰ ਫਾਜ਼ਿਲਕਾ ਜੁੜੇ ਨੇ। ਮੈਮ ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ। ਨਹਿਰ 'ਚ ਪਾੜ ਪਿਆ ਹੈ, ਕਿੰਨੇ ਫੁੱਟ ਚੌੜਾ ਪਾੜ ਪਿਆ ਹੈ, ਤੁਸੀਂ ਦੱਸ ਸਕੋਗੇ? ਹਾਂਜੀ, ਪਾੜ ਪਿਆ ਹੈਗਾ, ਥੋੜਾ ਹੀ ਹੈਗਾ, ਜ਼ਿਆਦਾ ਨੁਕਸਾਨ ਨਹੀਂ। ਉੱਥੇ ਕੋਈ ਫਸਲ ਨਹੀਂ ਖੜੀ ਸੀ ਮੌਕੇ ਤੇ ਨੁਕਸਾਨ ਨਹੀਂ ਹੋਇਆ ਹੈਗਾ ਐਂਡ ਕਰਮਚਾਰੀ ਉੱਥੇ ਪਹੁੰਚ ਕੇ ਰਿਪੇਅਰ ਕਰਵਾ ਰਹੇ ਨੇ।
नहीं, जो आले दुआले खेत सी किसी खेत च पानी नहीं गया? नहीं जी, फसल कट्टी हुई है, मौके ते फसल कट्टी हुई है जी। जी, ते नहरी विभाग ਨੂੰ ਪਹਿਲਾਂ क्यों नहीं पता चलिया? क्योंकि कहना है कि लीकेज पहला ही हो रही सी, ਜਦੋਂ ਪਾੜ ਪੈ ਗਿਆ ਤੇ ਉਸ ਤੋਂ ਬਾਅਦ ਹੀ ਐਕਸ਼ਨ ਲਿਆ ਗਿਆ ਨਹਿਰੀ ਡਿਪਾਰਟਮੈਂਟ ਦੇ ਵੱਲੋਂ। ਐਕਸੀਅਨ ਵੱਲੋਂ ਇਨਕੁਆਇਰੀ ਇਸ ਤੇ ਮਾਰਕ ਕਰ ਦਿੱਤੀ ਗਈ ਹੈਗੀ ਹੈ, ਇਨਕੁਆਇਰੀ ਹੋਏਗੀ ਇਸ ਦੀ ਔਰ ਇਸ ਨੂੰ ਜਲਦ ਤੋਂ ਜਲਦ ਰਿਪੇਅਰ ਕਰਵਾ ਲਿਆ ਜਾਏਗਾ। ਅਮਨਪ੍ਰੀਤ ਜੀ, ਆਲੇ ਦੁਆਲੇ ਜੋ ਪਿੰਡ ਨੇ ਉਹ ਸੇਫ ਨੇ ਕਿ ਆਲੇ ਦੁਆਲੇ ਕੋਈ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ 'ਚ ਤੇ ਨਹੀਂ ਪਾਣੀ ਗਿਆ? ਨਹੀਂ ਜੀ, ਜ਼ਿਆਦਾ ਪਾਣੀ ਨਹੀਂ ਹੈਗਾ, ਜ਼ਿਆਦਾ ਪਾਣੀ ਨਹੀਂ ਹੈਗਾ। ਅੱਛਾ, ਤੇ ਜੋ ਨਹਿਰੀ ਡਿਪਾਰਟਮੈਂਟ ਵੱਲੋਂ ਪਾਣੀ ਬੰਦ ਕੀਤਾ ਗਿਆ ਹੈ, ਕਦੋਂ ਤੱਕ ਇਸ ਨੂੰ ਦੁਬਾਰਾ ਤੋਂ ਚਾਲੂ ਕਰ ਦਿੱਤਾ ਜਾਏਗਾ? ਉਹ ਨਹਿਰੀ ਡਿਪਾਰਟਮੈਂਟ ਹੀ ਦੱਸ ਪਾਏਗਾ ਜੀ, ਕਿਉਂਕਿ ਰਿਪੇਅਰ ਤੇ ਕਿੰਨਾ ਟਾਈਮ ਲੱਗਦਾ ਹੈਗਾ ਉਹ ਸਾਰਾ ਟੈਕਨੀਕਲੀ ਦੇਖਣਾ ਪਏਗਾ। ਤੇ ਜੋ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨੇ ਉਹ ਸੇਫ ਨੇ ਪੂਰੀ ਤਰ੍ਹਾਂ? ਹਾਂਜੀ, ਬਿਲਕੁਲ ਸੇਫ ਨੇ ਜੀ। ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ। ਅਮਨਪ੍ਰੀਤ ਕੌਰ ਸੰਧੂ, ਡਿਪਟੀ ਕਮਿਸ਼ਨਰ ਫਾਜ਼ਿਲਕਾ ਸਾਡੇ ਨਾਲ ਜੁੜੇ। ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸਾਨਾਂ ਦਾ ਨੁਕਸਾਨ ਨਹੀਂ ਹੋਇਆ ਹੈ। ਜਿੱਥੇ ਖੇਤਾਂ 'ਚ ਆ ਪਾਣੀ ਗਿਆ ਹੈ ਉੱਥੇ ਆਲਰੇਡੀ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਵੱਢੀ ਜਾ ਚੁੱਕੀ ਸੀ ਤੇ ਆਲੇ ਦੁਆਲੇ ਕਿਸੇ ਵੀ ਪਿੰਡ 'ਚ ਆ ਜੋ ਪਾਣੀ 'ਚ ਪਾੜ ਪਿਆ ਹੈ, ਨਹਿਰ 'ਚ ਪਾੜ ਪਿਆ ਹੈ, ਉੱਥੇ ਤੱਕ ਪਾਣੀ ਨਹੀਂ ਪਹੁੰਚਿਆ ਹੈ ਤੇ ਸ਼ਾਮ ਤੱਕ ਪਾਣੀ ਘੱਟ ਹੋਣ ਦੀ ਉਮੀਦ ਨਹਿਰੀ ਡਿਪਾਰਟਮੈਂਟ ਦੇ ਵੱਲੋਂ ਜਤਾਈ ਜਾ ਰਹੀ ਹੈ। ਪਿੰਡ ਬੁਰਜ ਮੁਹਾਰ ਨੇੜੇ ਨਹਿਰ 'ਚ ਆ ਪਾੜ ਪਿਆ ਹੈ, ਲੀकेज होने के कारण नहर च पाड़ पिया दसिया जा रहा है। फॉर द टाइमिंग नहरी डिपार्टमेंट ने आ जो पानी है नहर का इसनू बंद कर दिता गया है ते इसनू हुण कितना किते ठीक करने की कोशिश नहरी डिपार्टमेंट वालों की जा रही है। ਜਿਹੜੇ ਵੀ ਇਸ ਜਗ੍ਹਾ ਦੇ ਦੋਸ਼ੀ ਆ ਜਿਨ੍ਹਾਂ ਦੇ ਕਰਕੇ ਇਹ ਨਹਿਰ ਟੁੱਟਦੀ ਉਹਨਾਂ ਤੇ ਕਾਰਵਾਈ ਕੀਤੀ ਹੈ। ਇਹ ਪੰਜਾਬਾ ਨਹਿਰ ਟੁੱਟੀ ਹੈ ਤੇ ਲਗਭਗ 25-30 ਦਾ ਫੁੱਟ ਦਾ ਜਿਹੜਾ ਪਾੜ ਪੈ ਚੁੱਕਿਆ ਤੇ ਹੋਰ 2 ਘੰਟਿਆਂ ਦੇ ਵਿੱਚ ਇਹ ਅੰਦਾਜ਼ਾ ਵੀ 40-50 ਫੁੱਟ ਤੋਂ ਟੱਪ ਜਾਣਾ ਜਿਹੜਾ ਬਹੁਤ ਹੋ ਗਿਆ, ਕਿਉਂਕਿ ਹਰਾ ਚਾਰਾ ਸਾਰੇ ਕਿਸਾਨਾਂ ਦੀ ਤੂੜੀ ਆ ਜਿਹੜੀ ਉਹ ਬਣਾਉਣ ਕਰਨੀ ਅਜੇ ਪਈ ਆ ਤੇ ਸਾਰੇ ਮਤਲਬ ਜਿੰਨੇ ਵੀ ਬੋਰ ਖੇਤ ਲੋਕਾਂ ਦੇ ਖੇਤਾਂ ਵਿੱਚ ਲੱਗੇ ਆ ਉਹ ਸਾਰੇ ਪਾਣੀ ਦੇ ਨਾਲ ਭਰ ਗਏ ਆ। ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਜਿਹੜਾ ਕਿਸਾਨਾਂ ਦਾ ਹੋਇਆ ਤੇ ਪਿੰਡ 'ਚ ਵੀ ਇਹ ਪਾਣੀ ਜਾਣਾ, ਉੱਥੇ ਵੀ ਘਰਾਂ ਦਾ ਨੁਕਸਾਨ ਇਹਨੇ ਕਰਨਾ ਹੀ ਹੈ। ਅਸੀਂ ਤਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦੀ ਵਿਸ਼ੇਸ਼ ਗਰਦੌਰੀ ਕਰਾ ਕੇ ਜਿੰਨੇ ਵੀ ਪੀੜਤ ਕਿਸਾਨ ਮਜ਼ਦੂਰ ਉਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਸਰਕਾਰ ਜਲਦੀ ਤੋਂ ਜਲਦੀ ਦੇ। ਗੁਰੂ ਨਾਨਕ ਦੇਵ ਜੀ ਦੇ ਫੇਕ ਪੋਸਟਰ ਦੇ ਵਿਵਾਦ ਹੋਇਆ ਹੈ। ਦੱਸ ਕੇ ਨਾਮੀ ਕੰਪਨੀ ਦੇ ਫੇਕ YouTube ਚੈਨਲ ਤੇ ਪਾਏ ਪੋਸਟਰ ਤੇ ਵੀਡੀਓ ਤੇ ਵਿਵਾਦ ਹੈ। AI ਜਨਰੇਟਡ ਪੋਸਟਰ 'ਚ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦਿਖਾਇਆ ਗਿਆ ਹੈ। ਬੀਜੇਪੀ ਆਗੂ ਪ੍ਰਿਤਪਾਲ ਬੱਲੀਵਾਲ ਨੇ ਸਵਾਲ ਚੁੱਕਿਆ ਤੇ ਕਿਹਾ ਕਿ ਮਾਮਲੇ 'ਚ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। GPC ਤੋਂ ਮਾਮਲੇ 'ਚ ਐਕਸ਼ਨ ਦੀ ਮੰਗ ਵੀ ਕੀਤੀ ਗਈ ਹੈ। ਦੱਸ ਦਈਏ ਕਿ ਨਾਮੀ ਮਿਊਜ਼ਿਕ ਕੰਪਨੀ ਦਾ ਫੇਕ YouTube ਚੈਨਲ ਬਣਾ ਕੇ ਉਸ ਤੇ ਇਸ ਪੋਸਟਰ ਤੇ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ। पोस्टर वेख के अंदाजा लगाया जा सकता है कि इसको AI राही बनाया गया है, हो सकता है ते वीडियो भी वक-वक पुरानियां फिल्मां दे सीनां नूं जोड़ के बनाई। एक अमीर खान की तस्वीर जिस दे विच ये दर्शाया गया कि एक फिल्म आ रही है गुरु नानक साहब के उपर जिसनों कि T सीरीज के YouTube ਦਾ ਅਕਾਊਂਟ ਜੋ ਕਿ ਸਾਨੂੰ ਫੇਕ ਲੱਗਦਾ ਹੈ ਉਸ ਦੇ ਉੱਪਰ ਇੱਕ ਟ੍ਰੇਲਰ ਪਾਇਆ ਗਿਆ 1.5 ਮਿੰਟ ਦਾ ਜਿਸ ਵਿੱਚ ਅਮੀਰ ਖਾਨ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਜਿਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਤੇ AI ਸਾਨੂੰ ਬਣੀ ਲੱਗਦੀ ਆ ਉਹ ਪਰ ਅਸੀਂ ਫਿਰ ਵੀ T ਸੀਰੀਜ਼ ਦੀ ਕੰਪਨੀ ਤੋਂ ਇਸ ਦੀ ਕਲੈਰੀਫਿਕੇਸ਼ਨ ਚਾਹੁੰਦੇ ਹਾਂ ਕਿਉਂਕਿ T ਸੀਰੀਜ਼ ਦਾ ਲੋਗੋ ਯੂਜ਼ ਕੀਤਾ ਗਿਆ ਵਾ T सीरीज के नाम से अकाउंट बनाया गया है आमिर खान ते करीना कपूर का नाम दसिया गया है YouTube के उपर यह पिया वा सो T सीरीज कंपनी ते अदाकारा आके आपका स्पष्टीकरण देन कि ऐसी कोई चाल तो नहीं चली गई पहला कि पाया जाए ऐसा ट्रेलर ते लोगों के भावनावां वेखिया जाए कि फिल्म बनानी है कि नहीं बनानी क्योंकि 1.5 मिनट की है टोटल ते अगर ऐसा कोई फेक अकाउंट आ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ ਪੋਸਟਰ ਰਿਲੀਜ਼ ਹੋਇਆ ਜਿਸ ਦੇ ਵਿੱਚ ਇੱਕ ਫਿਲਮੀ ਐਕਟਰ ਅਮੀਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਵਰਗਾ ਬਣਾ ਕੇ ਪੇਸ਼ ਕੀਤਾ ਗਿਆ ਤੇ ਇੱਕ ਖਾਸ ਜਿਹੜੀ ਹੈ ਸਾਈਟ ਦੇ ਉੱਤੋਂ ਉਹਨੂੰ ਪਾਇਆ ਗਿਆ ਤੇ T ਸੀਰੀਜ਼ ਦਾ ਲੋਗੋ ਵੀ ਉੱਚ ਦਿਖਾਇਆ ਗਿਆ। ਇਸ ਗੱਲ ਦੀ ਭਾਵੇਂ ਕਿ ਸਾਰੇ ਪਾਸਿਆਂ ਤੋਂ ਬੜੀ ਇਸ ਗੱਲ ਦੀ ਨਿਖੇਧੀ ਹੈ ਪਰ ਉੱਥੇ ਕਿਹਾ ਜਾ ਰਿਹਾ ਹੈ ਕਿ ਨਵੀਂ ਤਕਨੀਕ AI ਰਾਹੀਂ ਉਹ ਬਣਾਇਆ ਗਿਆ। ਅਸੀਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਕਾਰਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਿੰਦੇ ਹਾਂ ਪਰ ਅਸੀਂ ਇਹ ਖੁੱਲ੍ਹ ਕੇ ਕਹਿੰਦੇ ਹਾਂ ਕਿ ਇਹ ਜਿਹੜਾ ਹਿੰਦੁਸਤਾਨ ਹੈ ਇਹ ਵੱਖ-ਵੱਖ ਧਰਮਾਂ ਦਾ ਇੱਕ ਸੁਮੇਲ ਹੈ। ਸਿੱਖ ਧਰਮ
ਦੇ ਗੁਰੂ ਸਾਹਿਬਾਨ ਨੇ ਸਭ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ। ਤੇ ਇੱਥੇ ਜਿਹੜੇ ਇਹ ਹਾਲਾਤ ਨੇ, ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਧਰਮ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਸ਼ੋਸ਼ਣ ਹੁੰਦਾ, ਕਿਸੇ ਦੀ ਭਾਵਨਾ ਨਾਲ ਖਿਲਵਾੜ ਹੁੰਦਾ, ਉਹ ਮਾੜਾ ਵਾ। ਤੇ ਪਰ ਸਰਕਾਰਾਂ ਇਸ ਗੱਲ ਤੇ ਚਿੰਤਤ ਦਿਖਾਈ ਨਹੀਂ।